जय जिनेंद्र। आत्मा चैनल देख रहे हैं सभी दर्शकों का मैं नलिनी स्वागत करती हूं। आइए बढ़ते हैं आज के धार्मिक और सामाजिक समाचारों की ओर। हर साल भारत सहित दुनिया भर से लाखों छात्र, विशेष रूप से डॉक्टर, विदेश में एमबीबीएस की पढ़ाई के लिए यूक्रेन जाते हैं। लेकिन यूक्रेन पर रूसी हमले के बाद पंजाब के मोगा जिले के कई परिवारों के बच्चे भी यूक्रेन में फंस गए हैं, जिसके बाद परिवार का बुरा हाल है। उन्होंने सरकार से हस्तक्षेप करने और अपने बच्चों को जल्द से जल्द भारत वापस लाने की अपील की है। जानकारी देते हुए दो अलग अलग परिवारों ने अपने बच्चों की स्थिति बताई। उन्होंने सरकार से इस संबंध में जल्द से जल्द ठोस कदम उठाने की अपील की है। ਕੀ ਨਾਮ ਕੀ ਤੁਹਾਡਾ ਜੀ? डॉक्टर हरीश कुमार चौधरी। ਹਰੀਸ਼ ਜੀ, ਤੁਹਾਡੀ ਬੇਟੀ ਪਤਾ ਲੱਗਿਆ ਯੂਕਰੇਨ ਦੇ ਵਿੱਚ ਹੈ ਜੀ। ਹਾਂਜੀ ਤੇ ਕੀ ਨਾਮ ਹੈ, ਕਿੰਨੇ ਸਾਲਾਂ ਤੋਂ ਉੱਥੇ ਕੀ ਕਰਦੀ ਪਈ ਹੈ ਜੀ? निताशा चौधरी नाम है जी। तो MBBS कर रही, फाइनल ईयर है, स्टूडेंट है। ਤੇ ਤੁਹਾਡੀ ਲਾਸਟ ਗੱਲ ਕਦੋਂ ਹੋਈ ਸੀ? ਬੇਟੀ ਕਿਹੜੇ ਹਾਲਾਤਾਂ ਦੇ ਵਿੱਚ ਹੈ, ਕੀ ਕਹਿਣਾ ਜੀ ਉਹਦਾ? वो कहती पापा अभी फसे हुए आ, पर खाना हाले तक तो मिल रहा मेरे को हैगा, पर मैनू जल्दी तो कढ़ाओ। ਹੋਰ ਬੇਟੀ ਦਾ ਕੀ ਕਹਿਣਾ ਜੀ? ਕਿੰਨੇ ਬੱਚੇ ਨਾਲ ਫਸੇ ਹੋਏ, ਕਿੱਥੋਂ ਦੇ ਹੈਗੇ ਨੇ ਸਾਰੇ? ਉਹਦੇ ਕਲਾਸਮੇਟ ਬਾਕੀ ਤਕਰੀਬਨ ਹੈਗਾ 300-400 ਬੱਚਾ ਤਾਂ ਹੈਗਾ ਹੀ ਉਹਨਾਂ ਦੇ ਆਪ ਦਾ ਗਰੁੱਪ ਦਾ, ਕਾਫੀ ਜਾਣੇ ਹੈਗੇ ਗਰੁੱਪ ਦੇ। ਬਾਕੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਮੇਰੀ ਬੱਚੀ ਨੂੰ ਵਾਪਸ ਲਿਆਂਦਾ ਜਾਵੇ। ਫਿਰ ਸਰਕਾਰਾਂ ਤੋਂ ਮਤਲਬ ਤੁਹਾਨੂੰ ਕਿਸੇ ਨੇ ਅਪਰੋਚ ਕੀਤਾ ਸਰਕਾਰਾਂ ਵੱਲੋਂ ਜੀ, ਕਿਸੇ ਵੱਲੋਂ? ਹਾਂਜੀ, SSP ਸਾਹਿਬ ਦੇ ਦਫ਼ਤਰ 'ਚੋਂ ਮੈਨੂੰ ਫੋਨ ਆਇਆ ਸੀਗਾ। ਮੈਂ ਆਪਣੀ ਡਿਟੇਲ ਸਾਰੀ ਦੇਤੀ ਉਹਨਾਂ ਨੂੰ, ਗੁੜੀਆ ਬਾਰੇ ਸਾਰਾ ਦੱਸਤਾ ਉਹਨਾਂ ਨੂੰ। ਹਾਂਜੀ, ਉਹ ਕਹਿੰਦੇ ਅਸੀਂ ਜਲਦ ਤੋਂ ਜਲਦ ਅਸੀਂ ਕੋਸ਼ਿਸ਼ ਕਰਾਂਗੇ। ਨਹੀਂ, ਬੇਟੀ ਦਾ ਮਤਲਬ ਕੀ ਦੱਸਿਆ ਕਿ ਬੇਟੀ ਨੇ ਉੱਥੋਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਜੀ, ਕੀ ਦੱਸਿਆ? ਉਹ ਕਹਿੰਦੀ ਬਸ ਬਲਾਸਟ ਹੀ ਹੋਈ ਜਾਂਦੇ ਆ, ਪਾਪਾ ਅੰਦਰ ਬੈਠੇ ਆ ਜੀ ਲੁੱਕ ਕੇ। ਹੈਲੋ, ਮੈਂ ਖਾਰਕਿਵ ਤੋਂ ਗੱਲ ਕਰ ਰਹੀ ਹਾਂ। ਅਸੀਂ ਇੱਥੇ 3 ਦਿਨ ਤੋਂ ਹੋਸਟਲ ਦੇ ਬੇਸਮੈਂਟ ਵਿੱਚ ਰਹਿ ਰਹੇ ਹਾਂ, ਕਿਉਂਕਿ ਇੱਥੇ ਕਦੇ ਵੀ ਬੋਮਬਿੰਗ, ਫਾਇਰਿੰਗ, ਸ਼ੈਲਿੰਗ ਦੀ ਆਵਾਜ਼ ਸੁਣ ਜਾਂਦੀ ਹੈ ਤੇ ਇਹ ਸਿਚੁਏਸ਼ਨ ਹੋਰ ਕਦੇ ਵੀ ਖਰਾਬ ਹੋ ਸਕਦੀ ਹੈ। ਇਸ ਲਈ ਮੇਰੀ ਰਿਕੁਐਸਟ ਹੈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਿ ਸਾਨੂੰ ਇੱਥੋਂ ਜਲਦ ਤੋਂ ਜਲਦ ਕੱਢਿਆ ਜਾਵੇ। ਕੀ ਨਾਮ ਕੀ ਤੁਹਾਡਾ ਜੀ? ਸੰਦੀਪ ਕੁਮਾਰ ਹੈ ਜੀ। ਸੰਦੀਪ ਜੀ, ਪਤਾ ਲੱਗਿਆ ਵੀ ਤੁਹਾਡੀ ਬੇਟੀ ਵੀ ਯੂਕਰੇਨ ਦੇ ਵਿੱਚ ਫਸੀ ਹੋਈ ਹੈ, ਸਾਰੀ ਜਾਣਕਾਰੀ ਦਿਓ। ਕੀ ਕਰ ਰਹੀ ਹੈ ਉੱਥੇ, ਕਿੰਨੇ ਸਾਲਾਂ ਤੋਂ ਹੈ ਜੀ, ਤੇ ਕੀ ਲੇਟੈਸਟ ਕੀ ਪੋਜੀਸ਼ਨ? ਉਹ MBBS ਮੈਡੀਕਲ ਦਾ ਕਰ ਰਹੀ ਜੀ, MBBS ਡਾਕਟਰੀ ਕਰ ਰਹੀ ਹੈ ਤੇ 4 ਸਾਲ ਤੋਂ ਉੱਥੇ ਹੈ ਜੀ। ਹਰ ਸਾਲ ਉਹ ਵੈਸੇ ਆਉਂਦੀ ਹੈ ਜੀ, 2 ਮਹੀਨੇ ਛੁੱਟੀਆਂ ਹੁੰਦੀਆਂ ਉਹਨਾਂ ਨੂੰ ਜੀ ਜੂਨ 'ਚ, ਤੇ 2 ਮਹੀਨੇ ਛੁੱਟੀਆਂ 'ਚ ਹੁੰਦੇ ਆ ਜੀ। ਹੁਣ ਵੀ ਉਹਨਾਂ ਨੇ ਆਉਣਾ ਸੀਗਾ ਤੇ ਅੱਜ ਸੰਡੇ ਦੀ ਫਲਾਈਟ ਸੀ ਉਹਨਾਂ ਦੀ, ਕਿਉਂਕਿ ਪਿਛਲੇ ਸੰਡੇ ਅਸੀਂ ਉਹਨਾਂ ਦੀ ਫਲਾਈਟ ਕਰਾਈ ਸੀ ਤੇ ਪਰ ਉੱਥੇ ਜੰਗ ਲੱਗਣ ਨਾਲ ਉੱਥੇ ਬੱਚਿਆਂ ਦਾ ਕਹਿੰਦਾ ਮਤਲਬ ਸਾਰੀਆਂ ਫਲਾਈਟਾਂ ਕੈਂਸਲ ਹੋ ਗਈਆਂ ਜੀ। ਤੁਹਾਡੀ ਗੱਲ ਹੋਈ ਆਪਣੀ ਬੇਟੀ ਨਾਲ ਜੀ, ਉਹਦਾ ਨਾਮ ਕੀ ਹੈ ਜੀ ਉਹਦਾ? ਨੰਦਨੀ ਜੀ। ਤੇ ਉਮਰ ਕਿੰਨੀ ਹੁੰਦੀ ਜੀ? ਉਹਦੀ ਉਮਰ ਹੈਗੀ ਹੈ ਜੀ 22 ਸਾਲ। ਕਿਹੜੇ ਈਅਰ ਦੇ ਵਿੱਚ ਹੈ ਜੀ MBBS ਦੇ? MBBS ਚੌਥੇ ਸਾਲ 'ਚ ਹੈ ਜੀ। ਤੇ ਤੁਹਾਡੀ ਲਾਸਟ ਗੱਲ ਕਦੋਂ ਹੋਈ ਜੀ ਉਹਦੇ ਨਾਲ, ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਹੈ ਉਹ? ਉਹ ਸੁਬਹ ਗੱਲ ਹੋਈ ਸੀ ਜੀ। ਇਸ ਟਾਈਮ ਉਹਨਾਂ ਦੀ ਹਾਲਾਤ ਬੱਚਿਆਂ ਨੂੰ ਤਾਂ ਰੋਟੀ ਪਾਣੀ ਮਿਲ ਰਿਹਾ ਜੀ ਉਹਨਾਂ ਨੂੰ ਅੱਛੀ ਤਰ੍ਹਾਂ, ਪਰ ਉਹ ਬੇਸਮੈਂਟ 'ਚ ਹੈ ਜੀ, ਹੋਸਟਲ ਦੀ ਬੇਸਮੈਂਟ 'ਚ ਹੈ। ਤੇ ਉਹ ਨੈਟ 'ਤੇ ਮਤਲਬ ਗੱਲ ਹੋ ਸਕਦੀ ਉਹਨਾਂ ਨਾਲ ਜੀ? ਹੁਣ ਕਿਵੇਂ? ਹੁਣ ਉਹਨਾਂ ਦੀ ਨੈੱਟ 'ਤੇ ਗੱਲ ਨਹੀਂ ਹੋ ਸਕਦੀ ਜੀ, ਕਿਉਂਕਿ ਉਹਨਾਂ ਨੇ ਨੈੱਟ ਬੰਦ ਕਰਾਏ ਹੋਏ ਆ ਜੀ, ਰਾਤ ਨੂੰ ਬੰਦ ਕਰਾ ਦਿੰਦੇ ਆ। ਜਾਣੀ ਕਿ ਹੁਣ ਕਹਿੰਦਾ ਮਤਲਬ 24 ਘੰਟਿਆਂ 'ਚ ਘੰਟਾ 2 ਘੰਟੇ ਹੀ ਬੱਚਿਆਂ ਨੂੰ ਨੈੱਟ ਖੋਲ੍ਹ ਕੇ ਦਿੰਦੇ ਆ ਜੀ। ਤੇ ਬੇਟੀ ਕੀ ਮਤਲਬ ਕਹਿ ਰਹੀ ਹੈ ਜੇ ਤੁਹਾਡੀ ਗੱਲ ਹੋਈ ਹੈ ਤੇ ਕਿਤੇ ਘਬਰਾਈ ਹੋਏ ਹੈ ਬੱਚੇ? ਕਿਵੇਂ, ਕੀ ਕਿੰਨੇ ਬੱਚੇ ਹੈ ਜੀ, ਕੀ ਕਹਿੰਦੇ? ਬੱਚੇ ਘਬਰਾਏ ਹੋਏ ਆ ਜੀ, ਬੱਚੇ 4-5 ਹਜ਼ਾਰ ਬੱਚਾ ਜੀ ਉੱਥੇ ਹੋਸਟਲ 'ਚ, ਉਹਨਾਂ ਦੀ ਬੇਸਮੈਂਟ 'ਚ ਉਹਨਾਂ ਨੇ ਰੱਖਿਆ ਹੋਇਆ ਜੀ, ਤੇ ਉਹ ਘਬਰਾਏ ਤਾਂ ਬੱਚੇ ਹੈਗੇ ਆ ਜੀ, ਉਹਨਾਂ ਨੂੰ ਪ੍ਰੋਬਲਮ ਤਾਂ ਹੈਗੀ ਆ। ਤੇ ਹੁਣ ਤੁਹਾਡੀ ਕੀ ਮੰਗ ਕੀ ਹੈ ਜੀ? ਸਾਡੀ ਪੰਜਾਬ सरकार ਤੇ ਭਾਰਤ ਸਰਕਾਰ ਤੇ ਇਹੀ ਮੰਗ ਹੈ ਵੀ ਸਾਡੇ ਬੱਚੇ ਜਲਦ ਤੋਂ ਜਲਦ ਸਾਡੇ ਭਾਰਤ ਸਾਡੇ ਕੋਲ ਲਿਆਂਦੇ ਜਾਣ। मोगा से लक्ष्मणजीत सिंह पूर्वा की रिपोर्ट। यूक्रेन रूस की जंग दौरान यूक्रेन के खार्किव में फंसे भारतीय विद्यार्थियों में से जिला गुरदासपुर के गांव वरसोला की रहने वाली मेडिकल के विद्यार्थी पुनीत कौर वापस अपने घर पहुंच गई, जिसके बाद पुनीत कौर ने भारत सरकार का आभार व्यक्त किया। पुनीत कौर के घर लौटने पर पुनीत के घर में खुशी का माहौल है। इस मौके पुनीत कौर ने कहा कि जंग के कारण यूक्रेन में हालत बहुत खराब हो चुके हैं और उसने भी बाकी विद्यार्थियों के साथ यूनिवर्सिटी के हॉस्टल में रहकर ही अपने दिन बिताए हैं। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਪੁਨੀਤ ਕੌਰ ਹੈ। ਮੈਂ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੀ ਸਟੂਡੈਂਟ ਹਾਂ ਐਂਡ ਮੈਂ 6th ਈਅਰ ਸਟੂਡੈਂਟ ਹਾਂ ਐਂਡ
ਫਾਈਨਲੀ ਮੈਂ ਘਰ ਆ ਚੁੱਕੀ ਹਾਂ ਆਪਣੇ। ਐਂਡ ਮੈਂ ਜਦੋਂ ਹਮਲਾ ਹੋਇਆ ਸੀਗਾ ਉਦੋਂ ਮੈਂ ਟ੍ਰੇਨ 'ਚ ਸੀਗੀ ਬਿਕੋਜ਼ ਮੇਰੀ ਅਗਲੇ ਦਿਨ ਫਲਾਈਟ ਸੀਗੀ। ਐਂਡ ਮੈਨੂੰ ਸੁਬਾਹ 5 ਵਜੇ ਪਤਾ ਲੱਗਾ ਕਿ ਹਮਲਾ ਹੋ ਰਿਹਾ ਆ ਬਿਕੋਜ਼ ਮੈਂ ਟ੍ਰੇਨ 'ਚ ਸੀਗੀ, ਮੈਨੂੰ ਸਿਚੁਏਸ਼ਨ ਦਾ ਬਿਲਕੁਲ ਵੀ ਪਤਾ ਨਹੀਂ ਸੀਗਾ। ਦੈਨ ਮੈਂ ਓਡੇਸਾ ਪਹੁੰਚੀ। ਦੈਨ ਮੈਂ ਕੋਂਟੈਕਟ ਕੀਤਾ ਆਪਣੇ ਏਜੰਟਸ ਨੂੰ, ਉਹਨਾਂ ਨੇ ਮੈਨੂੰ ਕਿਹਾ ਹੋਸਟਲ 'ਚ ਰਹੋ, ਉੱਥੇ ਹੀ ਰਹੋ, ਸੇਫ ਆ, ਵਾਪਸ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਬਿਕੋਜ਼ ਸਿਚੁਏਸ਼ਨ ਦਾ ਪਤਾ ਨਹੀਂ ਆ ਅੱਗੇ ਕਿੰਨੀ ਕੁ ਹਾਰਸ਼ ਹੋਏਗੀ ਜਾਂ ਫਿਰ ਨੋਰਮਲ ਹੋਏਗੀ। ਫਿਰ ਮੈਂ ਉੱਥੇ 2 ਕੁ ਦਿਨ ਸਟੇ ਕੀਤਾ ਹੋਸਟਲ ਵਿੱਚ। ਦੈਨ ਅੱਗੋਂ ਯੂਨੀਵਰਸਿਟੀ ਵਾਲੇ ਬੱਚਿਆਂ ਨੇ ਬੱਸਿਸ ਅਰੇਂਜ ਕੀਤੀਆਂ ਹੋਈਆਂ ਸੀਗੀਆਂ। ਦੈਨ ਮੈਂ ਬੱਸ 'ਚ ਬੈਠ ਕੇ ਰੋਮਾਨੀਆ ਬਾਰਡਰ ਪਹੁੰਚੀ। ਐਂਡ ਬੱਸ ਜਿਹੜੀ ਸੀਗੀ ਉਹ 15 ਕੁ ਕਿਲੋਮੀਟਰ ਪਹਿਲਾਂ ਹੀ ਰੁਕ ਗਈ ਸੀ। ਆਪਾਂ ਚੱਲ ਕੇ ਗਏ ਬਾਰਡਰ 'ਤੇ। ਅੱਗੋਂ ਮੈਂ ਫਿਰ ਬਾਰਡਰ 'ਤੇ ਕਾਫੀ ਜ਼ਿਆਦਾ ਭੀੜ ਸੀਗੀ, ਬੱਚੇ ਵੀ ਕਾਫੀ ਪੈਨਿਕ ਸੀਗੇ। ਐਂਡ ਉੱਥੋਂ ਦੇ ਬਾਰਡਰ ਸਿਕਿਉਰਿਟੀ ਵੀ ਪੂਰਾ ਕੋਆਪਰੇਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ। ਐਂਡ ਉਹਨਾਂ ਨੂੰ ਵੀ ਹਾਰਸ਼ ਹੋਣਾ ਪੈ ਰਿਹਾ ਸੀਗਾ ਬਿਕੋਜ਼ ਆਫ ਸਿਚੁਏਸ਼ਨ। ਐਂਡ ਫਿਰ ਮੈਂ ਐਟਲੀਸਟ 9 ਕੁ ਵਜੇ ਬਾਰਡਰ ਕਰੋਸ ਕਰ ਲਿਆ ਸੀਗਾ ਅਤੇ ਫਿਰ ਮੈਂ ਰੋਮਾਨੀਆ ਪਹੁੰਚ ਗਈ ਸੀਗੀ। ਅੱਗੋਂ ਮਤਲਬ ਅੱਗੋਂ ਮੈਂ ਫਿਰ ਬੱਸ ਅਵੇਲੇਬਲ ਸੀਗੀ ਰੋਮਾਨੀਆ ਵੱਲੋਂ। ਫਿਰ ਮੈਂ ਉੱਥੇ ਏਅਰਪੋਰਟ 'ਤੇ ਪਹੁੰਚ ਗਈ ਸੀਗੀ। ਦੈਨ ਅੱਗੋਂ ਅੰਬੈਸੀ ਦੇ ਮੈਂਬਰ ਸਾਰਾ ਕੁਝ ਅਵੇਲੇਬਲ ਸੀਗੇ, ਉਹ ਸਾਡੇ ਨੇਮ, ਪਾਸਪੋਰਟ ਸਾਰਾ ਕੁਝ ਪੁੱਛ ਰਹੇ ਸੀਗੇ। ਅੱਗੋਂ ਫਿਰ ਉਹਨਾਂ ਨੇ ਫਲਾਈਟ ਦਾ ਬੰਦੋਬਸਤ ਕੀਤਾ ਅਤੇ ਐਟਲੀਸਟ 9 ਕੁ ਵਜੇ ਮੇਰੀ ਬੋਰਡਿੰਗ ਸਟਾਰਟ ਹੋ ਗਈ ਸੀਗੀ। ਐਂਡ ਐਟ ਲਾਸਟ ਆਈ ਵਾਂਟ ਟੂ ਸੇ ਥੈਂਕਸ ਟੂ ਗੌਰਮੈਂਟ ਹੂ ਹੈਲਪ ਅਸ ਅਲੋਟ। ਐਂਡ ਮੈਂ ਚਾਹੁੰਦੀ ਹਾਂ ਕਿ ਬਾਕੀ ਬੱਚੇ ਵੀ ਛੇਤੀ ਤੋਂ ਛੇਤੀ ਵਾਪਸ ਆ ਜਾਣ ਐਂਡ ਉਹਨਾਂ ਨੂੰ ਵਾਪਸ ਲਿਆਉਣ ਦੀ ਕਿਰਪਾਲਤਾ ਕਰੋ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਪਾਹੁਲਪ੍ਰੀਤ ਸਿੰਘ ਹੈ ਅਤੇ ਮੈਂ ਪਨੀਰ ਕੌਰ ਦਾ ਬ੍ਰਦਰ ਹਾਂ ਜੀ। ਇਹ ਸਾਡੀ ਸਿਸਟਰ ਜਿਹੜੀ ਸੀਗੀ ਇਹ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਸਟੂਡੈਂਟ ਸੀਗੀ। ਅਤੇ ਫਰਦਰ ਜਦੋਂ ਸਾਨੂੰ ਪਤਾ ਲੱਗਾ ਵੀ ਉੱਥੇ ਮਾਹੌਲ ਖ਼ਰਾਬ ਨੇ ਤਾਂ ਅਸੀਂ 24 ਤਰੀਕ ਦੀ ਫਲਾਈਟ ਬੁੱਕ ਕਰਾਤੀ ਸੀਗੀ ਅਤੇ ਇਹ ਫਲਾਈਟ ਤੱਕ ਨਹੀਂ ਸੀ ਪਹੁੰਚ ਸਕੀ। ਅਤੇ ਜਦੋਂ ਇਹ ਪਹੁੰਚੀ ਤਾਂ ਇਹਨੂੰ ਪਤਾ ਲੱਗਿਆ ਵੀ ਫਲਾਈਟ ਕੈਂਸਲ ਹੋ ਚੁੱਕੀ ਹੈ ਅਤੇ ਬੰਬਾਰੀ ਵੀ ਹੋ ਰਹੀ ਸੀਗੀ ਬਾਹਰ। ਤਾਂ ਇਹਨੂੰ ਥੋੜ੍ਹਾ ਯੂਨੀਵਰਸਿਟੀ ਵੱਲੋਂ ਵੀ ਸਪੋਰਟ ਮਿਲਿਆ ਤਾਂ ਜੋ ਇਹਨੂੰ ਸ਼ੈਲਟਰ ਸੀਗੇ ਨੇੜੇ ਵਾਲੇ ਉਹਨਾਂ ਨੇ ਉੱਥੇ ਪਹੁੰਚਾਇਆ। ਅਤੇ ਉੱਥੇ ਮਾਹੌਲ ਵੀ ਥੋੜ੍ਹਾ ਡਰ ਵਾਲਾ ਸੀਗਾ ਅਤੇ ਸਾਨੂੰ ਵੀ ਇੱਥੇ ਬਹੁਤ ਡਰ ਸੀਗਾ ਵੀ ਜਾਂ ਵੀ ਸਾਡੇ ਬੱਚੇ ਜਿਹੜੇ ਘਰ ਵਾਪਸ ਆ ਸਕਣਗੇ ਜਾਂ ਨਹੀਂ ਆ ਸਕਣਗੇ। ਤਾਂ ਇਸ ਦੇ ਦੌਰਾਨ ਆਪਣੇ DC ਸਾਹਿਬ ਗੁਰਦਾਸਪੁਰ DPRO ਸਾਹਿਬ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਹੈ ਜੀ। ਸਾਰੀ ਸਪੋਰਟ ਉਹਨਾਂ ਕੀਤੀ ਹੈ। ਜਿੱਥੇ ਉਹਨੂੰ ਨਹੀਂ ਸੀ ਪਤਾ ਲੱਗਦਾ ਵੀ ਤੁਸੀਂ ਪੈਨਿਕ ਨਾ ਹੋਵੋ, ਸਾਨੂੰ ਪੂਰਾ ਦਿਲਾਸਾ ਦਿੱਤਾ ਵੀ ਇੰਡੀਅਨ ਗੌਰਮੈਂਟ ਜਿਹੜੀ ਉਹ ਫੁੱਲ ਸਪੋਰਟ ਕਰ ਰਹੀ ਹੈ ਜੀ। ਅਤੇ ਸਾਨੂੰ ਡਰ ਵੀ ਸੀਗਾ ਜੀ ਇੱਕ ਵੀ ਜਾਂ ਵੀ ਕਿੰਨੇ ਟਾਈਮ ਲੱਗੇਗਾ ਜਾਂ ਕੀ ਮਾਹੌਲ ਹੋਏਗਾ ਉੱਥੋਂ ਦੇ। ਜਿੱਦਾਂ ਕਿ ਖਬਰਾਂ ਸੁਣੀ ਦੀਆਂ ਸੀ ਬੰਬਾਰੀ ਹੋ ਰਹੀ ਹੈ, ਲੋਕਲ ਜਿਹੜੇ ਉੱਧਰ ਦੇ ਨਾਗਰਿਕ ਨੇ ਜਾਂ ਇੰਡੀਅਨ ਨਾਗਰਿਕ ਨੇ ਉਹ ਵੀ ਟਾਰਗੇਟ ਹੋਏ ਨੇ। ਸੋ ਇਸ ਲਈ ਸਾਨੂੰ ਡਰ ਵੀ ਸੀਗਾ ਜੀ। ਹੁਣ ਘਰ ਪਹੁੰਚਣ 'ਤੇ ਕਿੰਨੀ ਖੁਸ਼ੀ ਹੋ ਰਹੀ? ਹਾਂ, ਬਹੁਤ ਖੁਸ਼ ਹਾਂ ਜੀ ਅਸੀਂ। ਅਤੇ ਅਸੀਂ ਇਹੋ ਦੁਆ ਕਰਦੇ ਵੀ ਜਿਹੜੇ ਬੱਚੇ ਉੱਥੇ ਫਸੇ ਹੋਏ ਹਨ ਅਤੇ ਇੰਡੀਅਨ ਗੌਰਮੈਂਟ ਦੀ ਮਦਦ ਨਾਲ ਉਹ ਜਲਦ ਤੋਂ ਜਲਦ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ ਜੀ। गुरदासपुर से जतिंदर कुंडल की रिपोर्ट। तरनतारण में नेशनल स्टूडेंट यूनियन द्वारा यूक्रेन में फंसे भारतीय विद्यार्थियों की घर वापसी में देरी और सुरक्षा को यकीनी बनाने में असफल रहने के मुद्दे को लेकर राज्य सचिव ऋतिक अरोड़ा की अगुवाई में रोष प्रदर्शन करते हुए केंद्र सरकार का पुतला फूंका गया और जमकर केंद्र सरकार के खिलाफ नारेबाजी भी की गई। इस मौके पर पत्रकारों से बातचीत करते हुए ऋतिक अरोड़ा ने कहा कि हजारों छात्र अभी भी यूक्रेन में फंसे हुए हैं और उन्हें वापस लाने के लिए केंद्र सरकार द्वारा कोई उचित व्यवस्था नहीं की गई है, जबकि बाकी देशों ने अपने 90% लोगों को फ्री फ्लाइट से निकाला है। लेकिन हमारी सरकार ने टिकट की कीमत हजारों रुपए में रखी है। जिनके पास पैसा नहीं होगा वे कहां से आएंगे? ऋतिक अरोड़ा ने कहा कि कल वहां शहीद हुए एक भारतीय छात्र के परिवार को मुआवजा दिया जाए और फंसे हुए छात्रों को जल्द से जल्द सुरक्षित यूक्रेन से निकालकर उन्हें वापस भारत में लाया जाए। ਅੱਜ ਜਿਹੜੇ ਰਸ਼ੀਆ ਤੇ ਯੂਕਰੇਨ ਦੇ ਵਿੱਚ ਜਿਹੜੀ ਕਿ ਵਾਰ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਇੰਡੀਅਨ ਦੇ ਮੈਡੀਕਲ ਦੇ ਵਿਦਿਆਰਥੀ ਯੂਕਰੇਨ ਦੇ ਵਿੱਚ ਪੜ੍ਹਨ ਗਏ ਸੀਗੇ ਉਹ ਹਾਲੇ ਵੀ ਉੱਥੇ ਕਈ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਫਸੇ ਹੋਏ ਨੇ। ਕੋਈ ਉਹਨਾਂ ਨੂੰ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਬਹੁਤ ਬੁਰੇ ਹਾਲ ਨੇ। ਬਾਕੀ ਜਿਹੜੇ ਕਿ ਕੰਟਰੀਜ਼ ਨੇ 90% ਜਿਹੜੇ ਕਿ ਬੱਚੇ ਇਵੈਲੂਏਟ ਕਰਕੇ ਆਪਣੇ ਘਰ ਦੇਸ਼ ਦੇ ਵਿੱਚ ਵਾਪਸ ਭੇਜ ਦਿੱਤੇ ਗਏ, ਪਰ ਭਾਰਤ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਬਾਕੀ ਦੇਸ਼ਾਂ 'ਚ ਫ੍ਰੀ ਆਫ ਕਾਸਟ ਜਿਹੜੀ ਕਿ ਫਲਾਈਟਸ ਗਈਆਂ ਨੇ ਤੇ ਬੱਚਿਆਂ ਨੂੰ ਉੱਥੋਂ ਲੈ ਕੇ ਆਏ ਨੇ। ਪਰ ਜਿਹੜੀ ਸਾਡੀ ਸੈਂਟਰ ਸਰਕਾਰ BJP ਸਰਕਾਰ ਆ ਉਹਨਾਂ ਨੇ 60 80 ਹਜ਼ਾਰ ਰੁਪਏ ਟਿਕਟ ਦਾ ਰੇਟ ਰੱਖਿਆ ਤੇ ਜਿਨ੍ਹਾਂ ਕੋਲ ਪੈਸੇ ਨਹੀਂ ਹੋਣਗੇ ਉਹ ਕਿੱਦਾਂ ਵਾਪਸ ਆਣਗੇ। ਉੱਥੇ ਕੱਲ ਜਿਹੜਾ ਕਿ ਸਾਡਾ ਵੀਰ ਭਰਾ ਸ਼ਹੀਦ ਵੀ ਹੋ ਗਿਆ ਨਵੀਨ ਕੁਮਾਰ ਜਿਹੜਾ ਕਰਨਾਟਕਾ ਤੋਂ ਸੀਗਾ। ਮੈਂ ਹੀ ਬੇਨਤੀ ਕਰਦਾ ਕਿ ਉਹਨੂੰ ਜ਼ਰੂਰ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਦੀ ਨਾਲ ਉਹਦਾ ਹਾਲ ਚਾਲ ਪੁੱਛਿਆ ਜਾਵੇ ਤੇ ਜਿਹੜੇ ਕਿ ਬਾਕੀ ਵਿਦਿਆਰਥੀ ਜਿਹੜੇ ਫਸੇ ਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਕਿ ਵਾਪਸ ਆਪਣੇ ਘਰਾਂ ਦੇ ਵਿੱਚ ਆ ਸਕਣ ਤੇ ਜਿਹੜੇ ਕਿ ਪਰਿਵਾਰ ਉਹਨਾਂ ਦੀ ਰਾਹ ਢੀਕ ਰਹੇ ਨੇ। तरनतारण से बलजीत सिंह की रिपोर्ट। विधानसभा चुनावों में पंजाब की जनता द्वारा डाली गई वोटों की गिनती 10 मार्च को होगी
और अगर बात की जाए जिला गुरदासपुर की, तो इस दिन जिले के सुखजिंदरा यूनिवर्सिटी में जिले के 7 क्षेत्रों में विभिन्न गिनती सेंटर बनाए गए हैं, जिसके तैयारियों और मीडिया प्रबंधकों को लेकर डिप्टी कमिश्नर गुरदासपुर जनाब मोहम्मद इशफाक के द्वारा प्रिंट और इलेक्ट्रॉनिक मीडिया कर्मियों के साथ प्रेस वार्ता की गई। इस दौरान उन्होंने बताया कि चुनाव कमीशन की हिदायतों के अनुसार सारे प्रबंध किए जा रहे हैं। गिनती वाले दिन के लिए सुरक्षा और पार्किंग के प्रबंध मुकम्मल किए जा रहे हैं ताकि किसी को भी परेशानी ना हो, और मीडिया कर्मियों के लिए एक हॉल में बैठने का प्रबंध भी किया गया है। ਆਪਾਂ ਸਾਰਿਆਂ ਨੂੰ ਪਤਾ ਹੈ ਜੀ ਕਿ ਵਿਧਾਨ ਸਭਾ 2022 ਦੀਆਂ ਚੋਣਾਂ ਦੀ ਮਤਦਾਨ ਹੋ ਚੁੱਕਿਆ ਹੈ। ਹੁਣ ਕਾਊਂਟਿੰਗ 10 ਮਾਰਚ ਨੂੰ ਹੋਣੀ ਹੈ। ਕਾਊਂਟਿੰਗ ਜਿਹੜੀ ਸਾਡੀ ਗੁਰਦਾਸਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕੇ ਨੇ, ਇਹਨਾਂ 7 ਵਿਧਾਨ ਸਭਾ ਹਲਕਿਆਂ ਦੀ ਕਾਊਂਟਿੰਗ ਇੱਕੋ ਜਗ੍ਹਾ ਤੇ ਹੋ ਰਹੀ ਹੈ, ਹਰਦੋ ਚੰਨੀ ਰੋਡ ਤੇ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟਸ ਦੇ ਵਿੱਚ। ਉੱਥੇ ਸਾਡੀਆਂ 3 ਬਿਲਡਿੰਗਾਂ ਦੇ ਵਿੱਚ ਸਾਡੇ 7 ਹਲਕਿਆਂ ਦੇ ਕਾਊਂਟਿੰਗ ਸੈਂਟਰ ਬਣਾਏ ਗਏ ਨੇ। ਮੀਡੀਆ ਵਾਸਤੇ ਵਿਸ਼ੇਸ਼ ਮੀਡੀਆ ਸੈਂਟਰ ਦਾ ਪ੍ਰਬੰਧ ਕੀਤਾ ਗਿਆ। ਇਸ ਵਾਰੀ ਪਹਿਲਾਂ ਨਾਲੋਂ ਵੱਡਾ ਹਾਲ ਚੂਜ਼ ਕੀਤਾ ਗਿਆ। ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਉਹ ਮੀਡੀਆ ਨਾਲ ਇਹੀ ਸੀਗੀ ਕਿ 10 ਵਾਲੇ ਤਰੀਕ ਵਾਲੇ ਦਿਨ ਮੀਡੀਆ ਦੇ ਸਾਡੇ ਜਿਹੜੇ ਵੀ ਕਰਮੀ ਨੇ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ ਤੇ ਉਹ ਬਿਲਕੁਲ ਰੀਅਲ ਟਾਈਮ ਬੇਸਿਸ ਦੇ ਉੱਪਰ ਆਪਣੀ ਸੂਚਨਾ ਜਿਹੜੀ ਹੈ ਆਮ ਪਬਲਿਕ ਤੱਕ ਪਾਸ ਔਨ ਕਰ ਸਕਣ ਕਾਊਂਟਿੰਗ ਰਿਜ਼ਲਟਸ ਦੀ, ਤਾਂ ਕਿ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਕਿ ਕਾਊਂਟਿੰਗ ਰਿਜ਼ਲਟਸ ਤੁਰੰਤ ਜਿੰਨੀ ਛੇਤੀ ਪਹੁੰਚੇ ਉਨਾ ਚੰਗਾ ਲੱਗਦਾ ਹੈਗਾ। ਸੋ ਉਹ ਸਾਰੇ ਜਿਹੜੇ ਅਰੇਂਜਮੈਂਟ ਦੇਖਣ ਵਾਸਤੇ ਅੱਜ ਮੀਟਿੰਗ ਕੀਤੀ ਗਈ ਹੈ। ਮੋਟਾ ਗੱਲ ਸਾਡੀ ਇਹ ਹੈ ਕਿ ਇਸ ਵਾਰੀ ਬਹੁਤ ਜ਼ਿਆਦਾ IT ਬੇਸ ਕੰਮ ਹੋ ਰਿਹਾ ਹੈ। ਇਲੈਕਸ਼ਨ ਕਮਿਸ਼ਨ ਨੇ ਐਨਕੋਰ ਨਾਮ ਦੀ ਇੱਕ ਸੌਫਟਵੇਅਰ ਬਣਾਇਆ ਜਿਹਦੇ ਵਿੱਚ RO ਸਾਹਿਬਾਨ ਦੁਆਰਾ ਬਿਲਕੁਲ ਰੀਅਲ ਟਾਈਮ ਬੇਸਿਸ 'ਤੇ ਜਦੋਂ ਰਾਊਂਡ ਫਾਈਨਲ ਹੁੰਦਾ ਉੱਥੇ ਐਂਟਰੀ ਕੀਤੀ ਜਾਏਗੀ। ਜਿਉਂ ਐਂਟਰੀ ਕਰਕੇ ਆਪਣੇ ਉਹਨੂੰ ਵੈਲੀਡੇਟ ਕਰ ਦੇਣਗੇ, ਉਹਦੇ ਨਾਲ ਦੀ ਨਾਲ ਹੀ ਰਿਜ਼ਲਟ ਜਿਹੜਾ ਆਥੋਰਾਈਜ਼ ਰਿਜ਼ਲਟ ਜਿਹੜਾ ਹੈਗਾ ਉਹ ਪਬਲਿਕ ਡੋਮੇਨ ਦੇ ਵਿੱਚ ਵੈਬਸਾਈਟ 'ਤੇ ਆਉਣਾ ਸ਼ੁਰੂ ਹੋ ਜਾਏਗਾ। ਸੋ ਉਸ ਤੋਂ ਇਲਾਵਾ ਜਿਹੜੀ ਸਾਡੇ ਉੱਥੇ ਹੋਰ ਸਟਾਫ ਦੀ ਡਿਊਟੀਆਂ ਲਾਈਆਂ ਗਈਆਂ ਨੇ ਉਹਦੇ ਪੂਰੇ ਪ੍ਰਬੰਧ ਕੀਤੇ ਗਏ ਨੇ। ਜਿਹੜਾ ਸਾਡਾ ਕਾਊਂਟਿੰਗ ਸਟਾਫ ਹੈ ਉਹਦੇ ਖਾਣ ਪੀਣ ਦਾ, ਸਿਕਿਉਰਿਟੀ ਦਾ, ਫਾਇਰ ਬ੍ਰਿਗੇਡ ਦਾ, ਐਂਬੂਲੈਂਸ ਦਾ, ਉਹ ਵੀ ਜੇ ਕੋਈ ਮੀਡੀਆ ਦੀ ਆਉਂਦੀ ਉਹਦਾ ਕਿੱਥੇ ਪ੍ਰਬੰਧ ਕੀਤਾ ਜਾਏਗਾ, ਕੈਂਡੀਡੇਟ ਦੀ ਪਾਰਕਿੰਗ ਕਿੱਥੇ ਹੋਣੀ ਹੈ, ਕਾਊਂਟਿੰਗ ਏਜੰਟਸ ਦੀ ਪਾਰਕਿੰਗ ਕਿੱਥੇ ਹੋਣੀ ਹੈ, ਇਹਦੇ ਲਈ ਵੱਖਰੀਆਂ ਟੀਮਾਂ ਦਾ ਗਠਨ ਕੀਤਾ ਗਿਆ। ਇੱਥੋਂ ਤੱਕ ਕਿ ਜਿਹੜੀ IT ਸੈੱਲ ਸਾਡੀ ਉੱਥੇ ਚੀਜ਼ਾਂ ਯੂਜ਼ ਹੋਣੀਆਂ, ਜਿਵੇਂ ਮੀਡੀਆ ਸੈੱਲ ਦੇ ਵਿੱਚ ਇੱਕ ਮੀਡੀਆ ਦੇ ਨਾਲ ਸਾਰਾ ਤਾਲਮੇਲ ਬਿਠਾਉਣ ਦੇ ਲਈ ਇੱਕ ਅਫਸਰਾਂ ਦੀ ਟੀਮ ਬਣਾਈ ਗਈ ਹੈ। ਇਸੇ ਪ੍ਰਕਾਰ IT ਸੈੱਲ ਦੀ ਟੀਮ ਬਣਾਈ ਗਈ ਹੈ। ਇਹ ਸਾਰਾ ਅਸੀਂ ਜਿਹੜਾ ਇੰਤਜ਼ਾਮ ਕਰ ਦਿੱਤਾ ਹੈ, ਆਰਡਰ ਜਾਰੀ ਕਰਤੇ ਨੇ। ਕੱਲ੍ਹ ਮੈਂ ਰਿਵਿਊ ਕਰਕੇ ਆਇਆ ਸੀਗਾ। 8 ਤਰੀਕ ਨੂੰ ਦਾ ਟਰਾਇਲ ਰਨ ਕੀਤਾ ਜਾਏਗਾ ਕਿਉਂਕਿ ਇਸ ਵਾਰੀ ਬਹੁਤ ਸਾਰੇ ਸਿਸਟਮ IT ਬੇਸਡ ਹੈਗੇ ਹੈ। ਔਰ ਸਾਡੇ ਜਿਹੜੇ ਮੀਡੀਆ ਸੈੱਲ ਹੈ ਉਹਦੇ ਵਿੱਚ ਅੱਜ ਜਿਵੇਂ ਡਿਮਾਂਡ ਆਈ ਸੀਗੀ ਕਿ ਸਾਨੂੰ ਤੁਰੰਤ ਫੀਡ ਚਾਹੀਦੀ ਹੈ, ਉਹਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ। ਇਹਦੇ ਨਾਲ ਮੀਡੀਆ ਸੈੱਲ ਦੇ ਵਿੱਚ ਕਾਊਂਟਿੰਗ ਸੈਂਟਰ ਦੀ ਲਾਈਵ CCTV ਲਾਈਵ ਫੁਟੇਜ ਉੱਥੇ ਆ ਰਹੀ ਹੋਏਗੀ, ਜਿਹੜੀ ਕਿ ਮੀਡੀਆ ਵਾਸਤੇ ਅਵੇਲੇਬਲ ਹੋਏਗੀ। ਉਹ ਵੀ ਅਸੀਂ ਤੁਹਾਨੂੰ ਉਪਲਬਧ ਕਰਾ ਦਿਆਂਗੇ। ਔਰ ਇਹਦੇ ਨਾਲ ਮੇਰੀ ਇੱਕੋ ਹੀ ਥਿੰਕਿੰਗ ਹੈ ਕਿ ਸਾਡੀ ਜਿਹੜੀ ਰਿਜ਼ਲਟਸ ਹੈ ਉਹ ਸਹੀ ਸਮੇਂ ਸਿਰ ਪਬਲਿਕ ਤੱਕ ਪਹੁੰਚਣ, ਔਰ ਮੀਡੀਆ ਦੇ ਜਿਹੜੇ ਸਾਡੇ ਸਾਥੀ ਇਹਦੇ ਵਿੱਚ ਸਾਡੀ ਮਦਦ ਕਰਦੇ ਨੇ ਉਹਨਾਂ ਨੂੰ ਕੋਈ ਅਸੁਵਿਧਾ ਨਾ ਆਵੇ। ਅੱਜ ਸਾਡੇ ਕੋਲ ਕਾਫੀ ਸਾਰੇ ਚੈਨਲ ਦੇ ਜਿਹੜੇ ਆਏ ਸੀਗੇ, ਉਹਨਾਂ ਦੇ ਵਿਚਾਰ नोट करके जो उन्होंने सुझाव देते हैं वो सारे इम्प्लीमेंट किए जाएंगे। गुरदासपुर से जतिंदर कुंडल की रिपोर्ट। महादेव सेवा क्लब की ओर से महाशिवरात्रि के उपलक्ष्य में विशाल भंडारा बेंचमैन रोड नौलखा गार्डन कॉलोनी में कपिल जुनेजा मोनू की अध्यक्षता में लगाया गया। सुबह महादेव सेवा क्लब के सभी सदस्यों द्वारा भगवान भोलेनाथ की पूजा अर्चना की गई। क्लब के सभी सदस्यों की ओर से भगवान शंकर जी को 56 भोग लगाकर भक्तों में प्रसाद वितरित किया गया। इस मौके मुख्य मेहमान के तौर पर युवा कांग्रेस नेता माणिक डावर, योगेश हांडा, लक्की कपूर, विक्की डावर आदि उपस्थित थे। ਅੱਜ ਅਸੀਂ ਦੂਸਰਾ ਵਿਸ਼ਾਲ ਭੰਡਾਰਾ ਮਹਾਦੇਵ ਸੇਵਾ ਕਲੱਬ ਮੈਂ ਪ੍ਰੈਜ਼ੀਡੈਂਟ ਕਪਿਲ ਜੁਨੇਜਾ ਮੋਨੂ ਵੱਲੋਂ ਲਗਾਇਆ ਗਿਆ। ਸਾਡੇ ਕਲੱਬ ਵੱਲੋਂ ਬਜਮਨ ਰੋਡ 3 ਨੰਬਰ ਡਿਵੀਜ਼ਨ ਤੇ ਕੋਲ, ਜਿਸ ਵਿੱਚ ਅਸੀਂ ਬਹੁਤ ਬੜਾ ਭੰਡਾਰਾ ਲਗਾਇਆ ਹੈ। ਔਰ ਏਰੀਆ ਦੇ ਬਹੁਤ ਸ਼ਰਧਾਲੂ ਉੱਥੇ ਆ ਕੇ ਜਿਨ੍ਹਾਂ ਨੇ ਭੋਲੇਨਾਥ ਦੀ ਝਾਂਕੀ ਦੇ ਦਰਸ਼ਨ ਕੀਤੇ ਤੇ ਭੰਡਾਰਾ ਗ੍ਰਹਿਣ ਕੀਤਾ ਜੀ। ਇਹ ਦੂਸਰਾ ਵਿਸ਼ਾਲ ਭੰਡਾਰਾ ਹੈ ਜੀ। ਸਾਡੇ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ, ਲਗਭਗ 5 ਸਾਲ ਹੋ ਗਏ ਹੈ। ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਏਰੀਏ ਦੀਆਂ ਅਸੀਂ 55 ਲੇਡੀਜ਼ ਜਿਹੜੀਆਂ ਨੀਡੀ ਦੇ ਵਿਡੋ ਹੈ ਉਹਨਾਂ ਨੂੰ ਅਸੀਂ ਹਰ ਮਹੀਨੇ ਰਾਸ਼ਨ ਵਿਤਰਨ ਕਰਦੇ ਹਾਂ ਜੀ। ਮੈਂ ਲੁਧਿਆਣਾ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਜੇ ਭੋਲੇਨਾਥ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਨੂੰ ਇੰਨਾ ਬਲ ਬਖਸ਼ਿਆ ਹੈ, ਇੰਨੇ ਜੋਗਾ ਰੱਖਿਆ ਹੈ ਕਿ ਤੁਸੀਂ ਸਮਾਜ ਦੀ ਸੇਵਾ ਕਰ ਸਕੋ, ਤੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਆਪਣੇ ਦੇਖੋ ਆਸ ਪੜੋਸ ਕੋਈ ਨੀਡੀ ਹੈਗਾ ਤੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਿਆ ਕਰੋ। 2 ਸਾਲ ਹੋ ਗਏ ਕਰੋਨਾ
ਅਸੀਂ ਲੋਕਡਾਊਨ ਦੇ ਵਿੱਚ ਲਗਭਗ 60 ਦਿਨ ਲਗਾਤਾਰ 1000 ਬੰਦੇ ਦਾ ਲੰਗਰ ਬਣਾ ਕੇ ਵਰਤਾਉਂਦੇ ਰਹੇ ਹਾਂ। ਕੋਵਿਡ ਦੇ ਵਿੱਚ ਲੋਕਾਂ ਨੇ ਬਹੁਤ ਕੁਦਰਤੀ ਮਾਰ ਝੇੜੀ ਹੈ, ਜਿਸ ਤੋਂ ਹੌਲੀ ਹੌਲੀ ਉੱਭਰ ਕੇ ਹੁਣ ਸਮਾਜ ਬਾਹਰ ਆ ਰਿਹਾ ਹੈ। ਮੈਂ ਰਾਜੇਸ਼ ਨੌਰੀਆ, ਮੈਂਬਰ ਮਹਾਦੇਵ ਸੇਵਾ ਕਲੱਬ। ਸਾਡਾ ਇਹ ਦੂਸਰਾ ਵਿਸ਼ਾਲ ਭੰਡਾਰਾ ਜੋ ਕਿ ਬੈਂਜਮਨ ਰੋਡ ਤੇ ਮੋਨੂ ਕਪਿਲ ਜੁਨੇਜਾ ਜੀ ਦੀ ਅਗਵਾਈ ਹੇਠ ਲਗਾਇਆ ਗਿਆ ਹੈ। ਸਾਡੀ ਸੰਸਥਾ ਚਾਹੇ ਉਹ ਕਰੋਨਾ ਕਾਲ ਵਿੱਚ ਲੋਕਾਂ ਤੱਕ ਅੰਨ ਪਹੁੰਚਾਉਣ ਦੀ, ਭੋਜਨ ਪਹੁੰਚਾਉਣ ਦੀ ਵਿਵਸਥਾ, ਜਾਂ ਵਿਧਵਾਵਾਂ ਨੂੰ ਜਿਹੜੀ ਬੇਸਹਾਰਾ ਔਰਤਾਂ ਹੈ ਉਹਨਾਂ ਨੂੰ ਅਸੀਂ ਹਰ ਮਹੀਨੇ ਦੇ ਆਖਰੀ ਐਤਵਾਰ ਅਸੀਂ ਰਾਸ਼ਨ ਦਿੰਦੇ ਹਾਂ, ਤੇ ਹੋਰ ਵੀ ਜਿਹੜੇ ਵੀ ਲੋੜਵੰਦ ਲੋਕ ਹੈ ਉਹਨਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਾਂ। ਜੋ ਉਪਰਾਲਾ ਅਸੀਂ ਕਰ ਰਹੇ ਹਾਂ ਸਮਾਜ ਲਈ, ਅਸੀਂ ਚਾਹਾਂਗੇ ਕਿ ਹੋਰ ਵੀ ਜਿਹੜੇ ਪਤਵੰਤੇ ਸੱਜਣ ਹੈ ਉਹ ਇਸ ਕੰਮ ਲਈ ਅੱਗੇ ਆਉਣ ਤੇ ਸਾਡੇ ਨਾਲ ਹੱਥ ਦੇ ਨਾਲ ਹੱਥ ਮਿਲਾ ਕੇ इस काम ਨੂੰ ਹੋਰ ਅੱਗੇ ਵਧਾएं। लुधियाना से कैमरामैन विकास के साथ राजेश मेहरा की रिपोर्ट। शिव के भक्तों ने प्राचीन शिव मंदिर काठगढ़ में माथा टेका। यह प्राचीन शिव मंदिर काठगढ़ पठानकोट से लगभग 20 किलोमीटर पर हिमाचल प्रदेश काठगढ़ में है। यहाँ पर लोग हर वर्ष शिवरात्रि पर और शिवरात्रि के दिनों में दूर दूर से भगवान शिव की पूजा अर्चना कर भगवान शिव का आशीर्वाद और अपनी मनोकामना भगवान शिव से मांगने आते हैं। काठगढ़ में इन दिनों 3 दिन के मेलों का भी आयोजन किया जाता है। मंदिर कमेटी के प्रधान ओम प्रकाश ने जानकारी देते हुए कहा कि यहां पर आने वाले भक्तों के लिए पंचायतों, प्रशासन एवं मंदिर कमेटी द्वारा भक्तों के लिए हर प्रकार की सुविधा का भी प्रबंध किया गया है। वहीं दूसरी ओर मंदिर के महंत कालीदास ने भी जानकारी देते हुए कहा कि लोगों की मंदिर के प्रति काफी आस्था है। यह मंदिर एक प्राचीन मंदिर है और उन्होंने इस मंदिर की विशेषताओं के बारे में भी हमसे जानकारी साझा की। मैं महंत कालीदास शिव मंदिर काठगढ़, ये भोले शंकर की अद्भुत मूर्ति माता पार्वती और भोले शंकर जी के विराजमान है। आप खुद जमीन से प्रकट हैं। ये मूर्ति महाशिवरात्रि के दिन जुड़ती है, महाशिवरात्रि के दूसरे दिन अलग हो जाती है और 4 पैर की पूजा के दौरान सुबह 4 बजे 1 उंगली का फर्क रहता है। और आस्ते आस्ते धीरे धीरे लग दूरी पर है। ये भोले शंकर की मूर्ति 6 महीने नहीं जुड़ते जाना और 6 महीने नहीं लग होते जाना। जुड़ना कब है नहीं, जन्माष्टमी से लेकर जुड़ते जाना और शिवरात्रि के बाद 6 महीने नहीं लग होते जाना। और सिकंदर जहाँ से वापस गया है, महाराजा रणजीत सिंह तो लाहौर चलामत तौर पर जाती बाई डाक घोड़े पर। कहाँ से डाक जाती? दीनानगर, गुरदासपुर, धारीवाल, बटाला, फिर उस तो जाइए अंबरसर पुजती है पास जे राजा रणजीत सिंह की चलामत पुजती भोले शंकर की चरणों की। एक महाराजा रणजीत सिंह का कुआं है, उस कुछ पब्लिक कुछ लोगों ने उसके ऊपर कब्जा कर रखा है। उसमें भी मैं कहना है कि इस मंदिर का जो कुआं है उसकी चलामत जी हर बंदे की हर चलामत तौर से हर घर घर पूजनी चाहिए। बहुत पता नहीं कितनी की बीमारियाँ उसके साथ दूर होती थी जब राजा रणजीत सिंह की चलामत जल्दी ही लाहौर। आज महाशिवरात्रि पर्व का क्लोजिंग का दिन है। मैं आपके माध्यम से आप सबको बधाई देता हूं। मंदिर में जो भी ये आयोजन हो रहा है ये सब लोगों के सहयोग से हो रहा है। सारे विभाग जितने भी स्थानीय विभाग हैं उनकी सहयोग से, स्थानीय लोगों के सहयोग से, पंचायत के सहयोग से और प्रबंधक सभा के आंतक मिन्न से ये कार्य जो संपन्न हुआ है। इसमें भक्तों की सुविधा के लिए हर प्रकार का प्रबंध किया गया है। जैसे कि 2, 3, 4 दिन से लगातार बहुत ही रश चल रहा है, लेकिन फिर भी व्यवस्था जो है वो ठीक ढंग से चल रही है। भगवान शिव शंकर की कृपा से हर प्रकार का प्रबंध जो है भगवान की दया से ठीक ही हो रहा है। तो मैं चाहता हूं कि लोग जो हैं बड़ी शांति से आएँ, मेला देखें, माथा टेकें, आशीर्वाद लें ताकि प्रभु उन पर कृपा बनाए रखे। मेले का जो आयोजन जो है आज से नहीं 35-40 साल से जब प्रबंधक साहब बनी है तब से हो रहा है और दिन प्रतिदिन बढ़ रहा है। इस बढ़ने में आप सबका सहयोग है, मीडिया का भी सहयोग है, हर चीज़ का सहयोग है। मैं आप सबका धन्यवाद करता हूँ। जय शिव शंकर। जहाँ प्रबंधकारिणी जो सभा बनी हुई है वो बहुत अच्छा काम कर रही है।
जहाँ शिवरात्रि में कम से कम 4.5 लाख श्रद्धालु माथा टेकने आते हैं। व्यवस्था ठीक ठाक की हुई है, सभी ये कमेटी वाले करता थे। बाकी जो आपके मीडिया वालों का सहयोग है, पुलिस प्रशासन का सहयोग है, जो बिजली वाले हैं सभी का सहयोग, सभी अपना अपना सहयोग दे रहे हैं। जो भी जिसमें हमारा भी थोड़ा बहुत सहयोग है। पठानकोट से आलोक कुमार की रिपोर्ट। मशहूर पंजाबी एक्टर दीपा राय ने आज एक प्रेस वार्ता की, जहां उन्होंने और उनकी पूरी टीम द्वारा उनकी आने वाली फिल्म जिसका नाम बाई चमकीला है उसके पोस्टर रिलीज किए गए और फिल्म के बारे में भी जानकारी दी गई। उन्होंने बताया कि यह फिल्म स्वर्गीय अमर सिंह चमकीला की जिंदगी पर आधारित है और यह मूवी 11 मार्च 2022 को सिनेमा घरों में रिलीज की जा रही है। हाँ जी, सब तो पहला मैं धन्नवादी हाँ ਸਾਰੇ ਸਰੋਤਿਆਂ ਦਾ ਜੋ ਕਿ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ 11 ਮਾਰਚ ਦੀ। ਬਾਈ ਚਮਕੀਲਾ ਫਿਲਮ ਜਿਹੜੀ ਹੈ ਜੀ ਸਵਰਗੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜੀ ਦੀ ਜੀਵਨੀ ਤੇ ਆਧਾਰਿਤ ਆ। ਉਹਨਾਂ ਦੇ ਬਚਪਨ ਤੋਂ ਲੈ ਕੇ ਐਂਡ ਦੇ ਸਫ਼ਰ ਤੱਕ, ਲਾਸਟ ਮੂਮੈਂਟ ਤੱਕ ਅਸੀਂ ਜਿੰਨਾ ਕੁ ਵੀ ਦਿਖਾ ਸਕਦੇ ਸੀਗੇ, ਸ਼ੂਟ ਕਰ ਸਕਦੇ ਸੀ, ਅਸੀਂ ਉਹ ਇਸ ਫਿਲਮ ਦੇ ਵਿੱਚ ਲੈ ਕੇ ਆਏ ਹਾਂ। ਐਂਡ ਉਮੀਦ ਹੈ ਕਿ ਸਾਰੇ ਸਰੋਤੇ ਪਸੰਦ ਕਰੂਗੇ। ਸਰ ਫਿਲਮ ਦੀ ਸਟੋਰੀ ਕੀ ਹੈ ਜੀ? ਫਿਲਮ ਦੀ ਸਟੋਰੀ ਜੀ ਉਹਨਾਂ ਦੀ ਜੀਵਨੀ ਤੇ ਹੀ ਆ। ਸੋ ਬਚਪਨ ਤੋਂ ਲੈ ਕੇ ਕਿਵੇਂ ਚਮਕੀਲਾ ਜੀ ਨੇ ਸਟਰਗਲ ਕੀਤਾ, ਉਹਨਾਂ ਦੇ ਪਰਿਵਾਰ ਬਾਰੇ ਥੋੜੀ ਜਾਣਕਾਰੀ ਹਰੇਕ, ਕਿਉਂਕਿ 27 ਸਾਲ ਦੀ ਲਾਈਫ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਪਹੁੰਚਣਾ, ਇੰਨਾ ਨਾਂ ਕਮਾਉਣਾ, ਇਹਦੇ ਵਿੱਚ ਵੀਰੇ ਚਮਕੀਲਾ ਜੀ ਦੀ ਆਵਾਜ਼ ਦੇ ਵਿੱਚ ਅਸੀਂ 2 ਸੌਂਗ ਰੱਖੇ ਨੇ ਤੇ ਉਸ ਤੋਂ ਇਲਾਵਾ ਉਹਨਾਂ ਦਾ ਇੱਕ ਲਿਖਿਆ ਗੀਤ ਸੀਗਾ ਜੋ ਕਿ ਉਹਨਾਂ ਦੀ ਡੈਬਿਊ ਮੂਵੀ ਇੰਦਰਜੀਤ ਹਸਨਪੁਰੀ ਜੀ ਦੀ ਲਿਖੀ ਕਹਾਣੀ ਨਾਨਕੇ ਤੇ ਵਰਿੰਦਰ ਜੀ ਨੇ ਡਾਇਰੈਕਟ ਕਰਨੀ ਸੀਗੀ ਉਹ ਮੂਵੀ। ਉਹਦੇ ਲਈ ਜੋ ਉਹਨਾਂ ਨੇ ਇੱਕ ਆਪਣੀ ਡੈਬਿਊ ਮੂਵੀ ਲਈ ਗਾਣਾ ਰੱਖਿਆ ਸੀਗਾ, ਉਹੀ ਅਸੀਂ ਗਾਣਾ ਇੱਕ ਚੱਕ ਕੇ ਫਿਰ ਇਸ ਮੂਵੀ ਦੇ ਵਿੱਚ ਵੀ ਪਾਇਆ ਜੋ ਕਿ ਉਹਨਾਂ ਦਾ ਹੀ ਲਿਖਿਆ। ਬਟ ਉਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਤੁਸੀਂ ਗਾਣੇ ਕਈ ਸੁਣੇ ਆ, ਉਹਨਾਂ ਦੇ ਵਿੱਚੋਂ ਅਸੀਂ 5-6 ਗਾਣੇ ਜਿਹੜੇ ਸਾਨੂੰ ਜ਼ਿਆਦਾ ਵਧੀਆ ਲੱਗੇ ਸਟੋਰੀ ਦੇ ਮੁਤਾਬਕ, ਅਸੀਂ ਉਹ ਚੱਕ ਕੇ ਇਹ ਆਪਣੀ ਖੁਦ ਦੀ ਆਵਾਜ਼ ਦੇ ਵਿੱਚ ਪਾਇਆ, ਕਿਉਂਕਿ ਮੈਂ ਉਹਨਾਂ ਦਾ ਰੋਲ ਨਿਭਾ ਰਿਹਾ ਸੀਗਾ। ਸੋ ਮੈਂ ਉਹਨਾਂ ਦੇ ਗਾਣੇ ਵੀ ਇਹਦੇ ਵਿੱਚ ਨਾਲ ਹੀ ਗਾਏ ਆ। ਠੀਕ ਹੈ ਜੀ। ਤੇ ਭਾਜੀ ਸਿੰਗਰ ਜਿਹੜੇ ਨੇ ਨਵੇਂ ਆਰਟਿਸਟ ਵੀ ਤੁਸੀਂ ਇਹਦੇ ਵਿੱਚ ਫਿਲਮ 'ਚ ਲਏ ਆ? ਹਾਂਜੀ, ਤਕਰੀਬਨ ਜੀ ਅਸੀਂ ਸਾਰੇ ਨਵੇਂ, ਮੈਂ ਖੁਦ ਨਵਾਂ ਜੀ ਤੇ ਬਾਂਸੀ ਭਾਜੀ, ਅਸੀਂ ਸਾਰੇ ਨਵੇਂ ਹੀ ਆ, ਕਿਉਂਕਿ ਸਾਡਾ ਐਡਾ ਬਜਟ ਹੈ ਨਹੀਂ ਸੀ ਭਾਜੀ ਜਦੋਂ ਅਸੀਂ ਫਿਲਮ ਸ਼ੁਰੂ ਕੀਤੀ। ਤੇ ਹੁਣ ਜਿਹੜੇ ਉਹ ਨਵੇਂ ਵੀ ਸੀਗੇ ਉਹ ਇੰਨੇ ਟਾਈਮ ਦੇ ਵਿੱਚ ਉਹ ਵੀ ਹੁਣ ਸਾਰੇ ਸਟਾਰ ਬਣ ਚੁੱਕੇ ਨੇ। ਸੋ ਜਦੋਂ ਸ਼ੁਰੂ ਕੀਤੀ ਸਾਰੇ ਨਵੇਂ ਸੀਗੇ ਭਾਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸਾਰਿਆਂ ਦਾ ਪਿਆਰਾ ਸਿੰਗਰ ਬਾਂਸੀ ਬੰਨਣਾ। ਦੋਸਤੋ, ਇਹ ਜਿਹੜੀ ਮੂਵੀ ਆ 11 ਮਾਰਚ ਨੂੰ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ, ਜਿਸ ਦੇ ਵਿੱਚ ਮੇਰਾ ਵੱਡਾ ਵੀਰ ਦੀਪਾ ਰਾਏ, ਜਿਹੜਾ ਕਿ ਇੰਗਲੈਂਡ ਦੀ ਧਰਤੀ ਦਾ ਜੰਪਲ ਹੋ ਕੇ ਵੀ ਪੰਜਾਬ ਦੇ ਨਾਲ ਇੰਨਾ ਮੋਹ ਪਿਆਰ ਤੇ ਪੰਜਾਬ ਦੀ ਨਹੀਂ ਵਰਲਡ ਦੀ ਬੁਲੰਦ ਆਵਾਜ਼ ਸਵਰਗੀ ਉਸਤਾਦ ਅਮਰ ਸਿੰਘ ਚਮਕੀਲਾ ਜੀ ਦੀ ਜੀਵਨੀ ਦੇ ਉੱਤੇ ਮੂਵੀ ਬਣੀ ਹੈ ਤੇ ਜਿਸ ਵਿੱਚ ਮੇਰਾ ਕਿਰਦਾਰ ਵੀ ਸਪਾਰੀ ਕਿਲਰ ਦਾ ਆ। ਤਕਰੀਬਨ ਸਾਰੇ ਆਰਟਿਸਟ ਬਹੁਤ ਟੌਪ ਦੇ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ 11 ਮਾਰਚ ਨੂੰ ਆਪਣੇ ਲਾਗੇ ਦੇ ਸਿਨੇਮੇ ਘਰਾਂ ਦੇ ਵਿੱਚ ਇਸ ਮੂਵੀ ਦਾ ਆਨੰਦ ਮਾਣੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਉਸਤਾਦ ਚਮਕੀਲਾ ਜੀ ਦੀ ਜੀਵਨੀ ਬਾਰੇ ਤੇ ਉਹਨਾਂ ਦੇ ਨਾਲ ਕੀ ਹੋਇਆ ਸੀ ਸ਼ੁਰੂ ਤੋਂ ਲੈ ਕੇ ਐਂਡ ਦੀ ਮੂਵਮੈਂਟ ਤੱਕ। ਤੇ ਮੈਂ ਸਾਰਿਆਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦਾ, ਵਰਲਡ ਜਿੰਨੇ ਵੀ ਸਾਡੇ ਪਰਦੇਸੀ ਵੀਰ ਵੀ ਬੈਠੇ ਨੇ ਉਹ ਵੀ ਇਸ ਮੂਵੀ ਨੂੰ ਪਿਆਰ ਦਿਓ, ਕਿਉਂਕਿ ਇਸ ਮੂਵੀ ਦੇ ਉੱਤੇ ਸਾਰੀ ਟੀਮ ਦੀ ਬਹੁਤ ਜ਼ਿਆਦਾ ਮਿਹਨਤ ਹੈ, ਬਹੁਤ ਜ਼ਿਆਦਾ ਮਿਹਨਤ ਹੈ ਵੀਰ ਦੀਪਾ ਰਾਏ ਦੀ, ਜਿਨ੍ਹਾਂ ਨੇ ਜੋ ਵੀ ਇਹਨਾਂ ਦੀ ਰਹਿਨੁਮਾਈ ਹੇਠ ਸਾਰਾ ਕੁਝ ਇਸ ਮੂਵੀ ਦਾ ਹੋਇਆ। ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ मूवी ਨੂੰ जरूर देखने जाओ। रब रखा। लुधियाना से कैमरामैन सलमान के साथ राजेश मेहरा की रिपोर्ट। भारतीय किसान यूनियन पंजाब की एक आपात बैठक विधानसभा क्षेत्र पट्टी के अंतर्गत ग्राम जलोके में हुई, जिसमें भारतीय किसान यूनियन पंजाब के जिला अध्यक्ष परमजीत सिंह गुदैके ने बताया कि किसान संघर्ष के दौरान यूपी के लखीमपुर खीरी में हुई घटना के दोषियों को बाहर से जमानत मिल गई, जिससे पंजाब के किसानों में काफ़ी आक्रोश है, जिसको लेकर इसी महीने की 7 तारीख को पंजाब के डीसी साहिबों को मांग पत्र दिया जाएगा। ਵੀਰ ਸਿੰਘ ਸਾਡੇ ਘਰ ਮੀਟਿੰਗ ਹੋਈ ਹੈ ਕਿ ਆਪਾਂ ਡੀਸੀ ਦਫ਼ਤਰ ਤੇ ਬੂਹੇ ਗਾੜੀ ਧਰਨਾ ਲਾਉਣਾ ਵਾ, ਉਹਦੇ ਕਾਰਨ ਅਸੀਂ ਇੱਥੇ ਸਲਾਹ ਮਸ਼ਵਰਾ ਕਰ ਰਹੇ ਹਾਂ ਕਿ 7 ਤਰੀਕ ਨੂੰ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਅਸੀਂ ਇਹੀ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਉੱਧਰ ਆਪਣੇ ਯੂਪੀ ਦੇ ਵਿੱਚ ਆਪਣੇ
ਸਿੰਘ ਸ਼ਹੀਦ ਹੋਏ ਆ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਵਾ। ਜੇ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਤਾਂ ਫਿਰ ਇਸ ਤਰ੍ਹਾਂ ਹੀ ਆਪਣੇ ਡੀਸੀ ਦਫ਼ਤਰਾਂ ਗਾੜੀ ਜਿੱਥੇ ਜਿੱਥੇ ਵੀ ਧਰਨੇ ਲੱਗਣਗੇ ਲਾਵਾਂਗੇ, ਤਿਆਰ ਆ। ਪਰਮਜੀਤ ਸਿੰਘ ਜੀ, ਜ਼ਿਲ੍ਹਾ ਪ੍ਰਧਾਨ। ਅੱਜ ਪਿੰਡ ਜਲੋਕੇ ਦੇ ਵਿੱਚ ਮੀਟਿੰਗ ਹੋਈ ਆ। ਜਿਹੜੇ ਡੀਸੀ ਦਫ਼ਤਰ ਦੇ ਆਪਣਾ ਧਰਨਾ ਲਾਇਆ ਜਾਣਾ ਹੈ, ਸਾਨੂੰ ਹੁਕਮ ਹੋਇਆ ਸੀਨੀਅਰ ਲੀਡਰਸ਼ਿਪ ਵੱਲੋਂ ਸਰਦਾਰ ਫਰਮਾਨ ਸਿੰਘ ਸੰਧੂ ਵੱਲੋਂ ਕਿ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਲਾਓ। ਜਿਹੜਾ ਯੂਪੀ ਦੇ ਵਿੱਚ ਕਾਂਡ ਹੋਇਆ ਸੀ, ਉਹ ਮੰਤਰੀ ਨੂੰ ਜਿਹੜੀ ਜ਼ਮਾਨਤ ਦਿੱਤੀ ਗਈ ਬਾਹਰ ਦੀ ਬਾਹਰੇ, ਉਹਦੇ ਰੋਸ ਮੁਜ਼ਾਹਰੇ ਦੇ ਵਿੱਚ ਜਿਹੜਾ ਧਰਨਾ ਲਾਇਆ ਜਾਣਾ ਡੀਸੀ ਦਫ਼ਤਰ ਦੇ ਮੂਹਰੇ ਜੀ। ਕਿੰਨੀ ਤਰੀਕ ਨੂੰ ਧਰਨਾ ਲਾਇਆ ਜਾ ਰਿਹਾ ਜੀ? ਇਹ 7 ਤਰੀਕ ਨੂੰ ਧਰਨਾ ਲਾਇਆ ਜਾਊਗਾ ਜੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਜਨਤਾ ਨੂੰ? ਮੈਸੇਜ ਜੀ ਇਹੋ ਹੀ ਦੇਣਾ ਚਾਹੁੰਦੇ ਆ, ਜੋ ਆਗੂਆਂ ਦਾ ਹੁਕਮ ਆਉਂਦਾ ਹੈ ਉਹਦੇ ਅਨੁਸਾਰ ਚੱਲਣਾ ਚਾਹੀਦਾ ਸਾਨੂੰ। ਜਥੇਬੰਦੀ ਦਾ ਹੁਕਮ ਆਉਂਦਾ ਹੈ ਤੇ ਉਹਦੇ ਅਨੁਸਾਰ ਹੀ ਸਾਨੂੰ ਚੱਲਣਾ ਚਾਹੀਦਾ। ਜੋ ਵੀ ਹੁਕਮ ਆਉਂਦਾ ਹੈ ਉਹੋ ਹੀ ਕਰਨ ਨੂੰ ਅਸੀਂ ਤਿਆਰ ਹਾਂ। ਜਿੱਥੇ ਵੀ ਸਾਨੂੰ ਹੁਕਮ ਆਉਂਦਾ ਅਸੀਂ ਜਾਣ ਨੂੰ ਬਿਲਕੁਲ ਤਿਆਰ ਹਾਂ। ਜਿਸ ਤਰ੍ਹਾਂ ਅੱਗੇ ਦਿੱਲੀ ਦੇ ਵਿੱਚ ਸਾਲ ਸਵਾ ਸਾਲ ਧਰਨਾ ਲੱਗਾ ਰਿਹਾ ਹੈ ਤੇ ਉਹ ਜਿੱਤ ਪ੍ਰਾਪਤ ਹੋਈ ਆ, ਇਸ ਤਰ੍ਹਾਂ ਹੀ ਅੱਗੇ ਸਰਕਾਰਾਂ ਦੇ ਨਾਲ ਧਰਨੇ ਮੁਜ਼ਾਹਰੇ ਹੁੰਦੇ ਹੀ ਜਾਣੇ ਆ। ਜਨਤਾ ਨੂੰ ਮੈਸੇਜ ਦੇਣਾ ਚਾਹੁੰਦੇ ਭਰਾਵਾਂ ਨੂੰ ਕਿ ਵੱਧ ਚੜ੍ਹ ਕੇ ਡੀਸੀ ਦਫ਼ਤਰ ਦੇ ਮੂਹਰੇ ਧਰਨਾ ਲੱਗਣਾ ਹੈ 7 ਤਰੀਕ ਨੂੰ। ਉਹਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਆਪਾਂ ਸ਼ਮੂਲੀਅਤ ਕਰੀਏ ਤੇ ਵੱਧ ਚੜ੍ਹ ਕੇ ਚੱਲੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। तरनतारन से बलजीत सिंह की रिपोर्ट। गुरदासपुर संगलपुरा रोड स्थित मनदीप कन्फेक्शनरी की फैक्ट्री में देर रात शॉर्ट सर्किट से आग लग गई। जब तक लोगों ने आग पर काबू पाया तब तक आग में जलकर 20 लाख रुपए का नुकसान हो चुका था। पीड़ित दुकान के मालिक जगदीप और प्रत्यक्षदर्शी अमित कुमार ने बताया कि देर रात फैक्ट्री के अंदर अचानक आग लगने की सूचना फायर ब्रिगेड को दी गई, लेकिन दमकल नहीं पहुंची और लोगों द्वारा भी आग पर काबू पाया गया। सर मैंने फोन आया ही, उधर किराएदार रहंदे ना दुकान के नाल, ते उन्होंने फोन किया है कि बड़ा धुआं निकलन दिया शटर चों, जे तुहाडे कोल नंबर हैगा ते तुसीं फोन कर दो। मेरे को नंबर हैगा ही भाई दा, मैं फोन किया। मैं भी आया थोड़ी देर बाद, फिर बाल्टी नाल पानी नाल फिर अग बुझाई। अग मतलब काफ़ी वध गई थी गांह तक। कितना नुकसान होया? नुकसान तो बाबा 15-20 लाख का होगा। ਕਾਹਦਾ ਕੰਮ ਚੱਲਦਾ ਸੀ? मेरा सर किराने की दुकान ਇੱਥੇ ਕੀ ਕੰਮ ਚੱਲਦਾ? ਇੱਥੇ ਲੇਸ ਕੁਰਕੁਰਿਆਂ ਦਾ ਹੋਲਸੇਲ ਦਾ ਕੰਮ ਆ। ਅੱਗ ਭਾਜੀ ਇਹ ਸ਼ਾਰਟ ਸਰਕਟ ਨਾਲ ਹੀ ਲੱਗੀ ਹੈ ਤੇ ਕੋਈ 11:30 ਵਜੇ ਮੈਂ ਆਇਆ ਸੀ। ਜਦੋਂ ਪਤਾ ਲੱਗਾ ਫੋਨ ਕੀਤਾ ਸੀ ਕਿਸੇ ਨੇ ਸਾਹਮਣੇ ਤੇ ਫਿਰ ਆ ਕੇ ਆਪੇ ਹੀ ਬੁਝਾਈ ਆ। ਪਾਣੀ ਪੂਣੀ ਸੁੱਟ ਕੇ ਫਾਇਰ ਬ੍ਰਿਗੇਡ ਨੇ ਫੋਨ ਨਹੀਂ ਚੁੱਕਿਆ। ਫਿਰ ਜਾ ਕੇ ਉਹਨਾਂ ਨੂੰ ਲਿਆਂਦਾ ਵੀ ਹੈਗਾ, ਉਦੋਂ ਅੱਗ ਬੁਝ ਗਈ ਸੀ। ਇਹ ਕਿਹੜੀ ਫੈਕਟਰੀ ਹੈ? ਕੀ ਕੰਮ ਚੱਲਦਾ ਹੈ? ਲੇਸ ਕੁਰਕਰੇ। ਤੇ ਫਿਰ ਕਿਸ ਤਰ੍ਹਾਂ ਅੱਗ ਬੁਝਾਈ ਗਈ? ਆਪੇ ਬਾਲਟੀਆਂ ਨਾਲ। ਫਾਇਰ ਬ੍ਰਿਗੇਡ ਕਿਉਂ ਨਹੀਂ ਆਈ? ਫਾਇਰ ਬ੍ਰਿਗੇਡ ਨੇ ਫੋਨ ਹੀ ਨਹੀਂ ਚੁੱਕਿਆ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਤੁਸੀਂ ਦੇਖ ਲਓ, 3 ਟੈਂਪੂ ਜੇ ਤੇ ਬਾਕੀ ਕੋਈ 40-50% ਸਟਾਕ ਦਾ। ਗੱਡੀ ਵੀ ਹੈਗੀ ਜੀ? ਗੱਡੀ ਆ ਲੱਗੀ ਸਾਹਮਣੇ। ਟੋਟਲ ਕਿੰਨਾ ਨੁਕਸਾਨ ਹੋਇਆ ਤੁਹਾਡਾ? ਟੋਟਲ ਤੁਸੀਂ 4-4 ਲੱਖ ਦੀ ਗੱਡੀ ਲਾ ਲਓ ਜੀ, 12 ਲੱਖ ਦੀਆਂ ਤੇ ਗੱਡੀਆਂ ਹੀ ਤੇ ਬਾਕੀ ਕੋਈ 4-5 ਲੱਖ ਰੁਪਏ ਦਾ ਦੂਜਾ ਸਮਾਨ। 20 ਲੱਖ ਰੁਪਏ ਲਗਭਗ। ਇਹ ਕਿਸ ਤਰ੍ਹਾਂ ਇੱਕ ਪੂਰਾ ਕੈਬਿਨ ਹੋ ਗਿਆ ਉਹ ਸਾਹਮਣੇ। ਕੀ ਮੰਨਦੇ ਹੋ ਕੀ ਹੋਇਆ? ਕਿਦਾਂ ਘਟਨਾ ਕਿਦਾਂ ਵਾਪਰੀ? ਇੱਕ ਘਟਨਾ ਭਾਜੀ ਸ਼ਾਰਟ ਸਰਕਟ ਹੀ ਹੋਇਆ। गुरदासपुर से जतिंदर कुंडल की रिपोर्ट। आज के समाचार बस यहीं तक। कल फिर हाजिर होंगे कुछ नए धार्मिक और सामाजिक समाचारों के साथ। तब तक आप बने रहिए आत्मा चैनल के साथ। जय जिनेंद्र।